गुड मॉर्निंग स्टूडेंट्स, वेलकम टू GTV कॉलेज फॉर वूमेन लेल खुर्द। प्यारे विद्यार्थियों, ਆਪਾਂ ਨੇ ਪਿਛਲੀ ਵਾਰ ਚੈਪਟਰ ਸ਼ੁਰੂ ਕੀਤਾ ਹੋਇਆ ਸੀਗਾ ਲੋਕ ਨਾਚਾਂ ਦਾ। ਲੋਕ ਨਾਚਾਂ ਦੇ ਵਿੱਚ ਆਪਾਂ ਨੇ ਇਸਤਰੀਆਂ ਨਾਲ ਸੰਬੰਧਿਤ ਲੋਕ ਨਾਚਾਂ ਦੀ ਗੱਲ ਕਰ ਲਈ ਸੀ ਤੇ ਅੱਜ ਆਪਾਂ ਮਰਦਾਵੇਂ ਲੋਕ ਨਾਚਾਂ ਦੀ ਗੱਲ ਕਰਾਂਗੇ ਕਿ ਮਰਦਾਂ ਨਾਲ ਸੰਬੰਧਿਤ ਕਿਹੜੇ ਲੋਕ ਨਾਚ ਨੇ ਤੇ ਮਰਦ ਕਿਹੜਾ ਮਤਲਬ ਨਾਚ ਨੇ ਜਿਹੜਾ ਉਹ ਨੱਚਦੇ ਨੇ। ਠੀਕ ਹੈ ਜੀ। ਸੋ आओ ਆਪਾਂ ਮਰਦਾਂ ਦੇ ਲੋਕ ਨਾਚਾਂ ਬਾਰੇ ਪੜ੍ਹੀਏ। ਕਹਿੰਦੇ ਮਰਦਾਂ ਦੇ ਲੋਕ ਨਾਚ, ਪੰਜਾਬ ਦੇ ਮਰਦਾਵੇਂ ਲੋਕ ਨਾਚ ਵੀ ਕਹਿੰਦੇ ਆਪਣੀ ਵੱਖਰੀ ਪਛਾਣ ਰੱਖਦੇ ਨੇ। ਪੰਜਾਬੀਆਂ ਦੀ ਸਰੀਰਕ ਸੁਡੌਲਤਾ, ਜ਼ਿੰਦਾਦਿਲੀ, ਸਾਹਸ ਅਤੇ ਸਹਿਣਸ਼ੀਲਤਾ ਦੇ ਗੁਣਾਂ ਦੇ ਕਾਰਨ ਹੀ ਪੰਜਾਬ ਦੇ ਵਿੱਚ ਕਰੜੀ ਵਰਜਿਸ਼, ਮਸਤ ਮਾਨਸਿਕਤਾ ਅਤੇ ਧਰਮ ਨਿਰਪੱਖ ਪ੍ਰਵਿਰਤੀ ਦੇ ਜਿਹੜੇ ਲੋਕ ਨਾਚ ਨੇ ਉਹ ਪ੍ਰਚਲਿਤ ਰਹੇ ਨੇ। ਕਹਿੰਦੇ ਇਹਨਾਂ ਦੀ ਪਰੰਪਰਾ ਪ੍ਰਾਚੀਨ ਹੈ, ਮਤਲਬ ਬਹੁਤ ਪੁਰਾਣੀ ਹੈ। ਇਹਨਾਂ ਵਿੱਚ ਪੰਜਾਬ ਦੀ ਜੀਵਨ ਝਲਕ ਦੇ ਅਨੇਕਾਂ ਪਹਿਲੂ ਪ੍ਰਗਟ ਹੁੰਦੇ ਨੇ। ਪੂਰਵ ਇਤਿਹਾਸਿਕ ਸਮਿਆਂ ਦੇ ਦੌਰਾਨ, ਮਤਲਬ ਜਦੋਂ ਕਹਿੰਦੇ ਇਤਿਹਾਸ ਲਿਖਣਾ ਸ਼ੁਰੂ ਨਹੀਂ ਸੀ ਕੀਤਾ ਹੋਇਆ ਉਸ ਤੋਂ ਪਹਿਲਾਂ, ਅਤੇ ਜਦੋਂ ਇਤਿਹਾਸ ਲਿਖਿਆ ਸ਼ੁਰੂ ਕੀਤਾ ਗਿਆ ਉਸ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ ਕਹਿੰਦੇ ਕਈ ਪ੍ਰਕਾਰ ਦੀ ਉਥਲ ਪੁਥਲ ਹੋਈ। ਪਰ ਪੰਜਾਬ ਦੇ ਲੋਕ ਨਾਚ ਪੂਰੇ ਜਾਂ ਅਧੂਰੇ ਰੂਪ ਦੇ ਵਿੱਚ ਕੀ ਨੇ, ਬਚਦੇ ਬਚਾਉਂਦੇ ਸਾਡੇ ਸੱਭਿਆਚਾਰਕ ਜੀਵਨ ਦਾ ਕੀ ਨੇ, ਮਹੱਤਵਪੂਰਨ ਅੰਗ ਬਣ ਚੁੱਕੇ ਨੇ। ਕੁਝ ਪ੍ਰਸਿੱਧ ਲੋਕ ਨਾਚ ਨੇ ਜਿਹੜੇ ਮਰਦਾਂ ਨਾਲ ਸੰਬੰਧਿਤ ਨੇ ਉਹ ਇਸ ਪ੍ਰਕਾਰ ਨੇ। ਸਭ ਤੋਂ ਪਹਿਲਾਂ ਹੈਗਾ ਭੰਗੜਾ। ਕਹਿੰਦੇ ਭੰਗੜਾ ਪੰਜਾਬੀ ਗੱਭਰੂਆਂ ਦਾ ਪ੍ਰਮੁੱਖ ਲੋਕ ਨਾਚ ਹੈ। ਇਸ ਵਿੱਚ ਤਕੜੇ ਅਤੇ ਗੱਠੇ ਹੋਏ ਸਰੀਰ ਦਾ ਪ੍ਰਦਰਸ਼ਨ ਸਧਾਰਨ ਪਰ ਸੁੰਦਰ ਪੋਸ਼ਾਕ ਪਹਿਨ ਕੇ ਅਲਬੇਲੇ ਜੋਸ਼ ਦੇ ਵਿੱਚ ਵੀਰਤਾ ਅਤੇ ਸਾਹਸ ਭਰਪੂਰ ਨਾਚ ਮੁਦਰਾਵਾਂ ਦੇ ਦੁਆਰਾ ਕੀਤਾ ਜਾਂਦਾ ਹੈ। ਤੁਸੀਂ ਸਾਰੇ ਭੰਗੜੇ ਬਾਰੇ ਜਾਣਦੇ ਹੀ ਹੋ। ਕਹਿੰਦੇ ਇਸ ਵਿੱਚ ਮੁੱਢਲੇ ਨਾਚ ਵਾਲੀ ਰੰਗਤ ਬਹੁਤ ਥੋੜ੍ਹੀ ਮਾਤਰਾ ਵਿੱਚ ਮਿਲਦੀ ਹੈ। ਸੱਭਿਆਚਾਰ ਦੇ ਇਤਿਹਾਸਿਕ ਕਾਲਕ੍ਰਮ ਵਿੱਚ ਇਸ ਨੇ ਆਪਣਾ ਰੂਪ ਨਿਖਾਰਿਆ ਅਤੇ ਖੇਤੀ ਯੁੱਗ ਦੇ ਵਿੱਚ ਤਾਂ ਕਹਿੰਦੇ ਇਹ ਲੋਕ ਨਾਚ ਪੂਰੀ ਤਰ੍ਹਾਂ ਹੀ ਪ੍ਰਚਲਿਤ ਹੋ ਗਿਆ। ਇਸ ਤਰ੍ਹਾਂ ਭੰਗੜਾ ਕਬਾਇਲੀ ਨਾਚ ਨਾ ਰਹਿ ਕੇ ਕਿਰਸਾਨੀ ਨਾਚ ਕੀ ਹੈ ਵਧੇਰੇ ਹੋ ਗਿਆ। ਇਹ ਧਾਰਨਾ ਕਾਰਨ ਇਸ ਲੋਕ ਨਾਚ ਦਾ ਨਾਮ ਫਸਲ ਨਾਚ ਜਾਂ ਵਿਸਾਖੀ ਦਾ ਨਾਚ ਵੀ ਪੈ ਗਿਆ। ਕਹਿੰਦੇ ਇਹ ਨਾਚ ਪੱਛਮੀ ਪੰਜਾਬ ਦੇ ਗੁਜਰਾਂਵਾਲਾ, ਪੱਛਮੀ ਪੰਜਾਬ ਯਾਨੀ ਪਾਕਿਸਤਾਨ, ਸਰਗੋਦਾ ਗੁਜਰਾਤ ਅਤੇ ਵਿਸ਼ੇਸ਼ ਕਰਕੇ ਸਿਆਲਕੋਟ ਜ਼ਿਲ੍ਹੇ ਦੇ ਵਿੱਚ ਪੂਰਬੀ ਪੰਜਾਬ ਯਾਨੀ ਆਪਣਾ ਇੱਧਰਲਾ ਪੰਜਾਬ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਦੇ ਵਿੱਚ ਪ੍ਰਚਲਿਤ ਰਿਹਾ ਸੀ। ਕਹਿੰਦੇ ਦੇਸ਼ ਦੀ ਵੰਡ ਤੋਂ ਮਗਰੋਂ ਅਜੋਕੇ ਸਮੇਂ ਦੇ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵੀ ਇਹ ਪ੍ਰਾਪਤ ਕਰ ਚੁੱਕਾ ਹੈ। ਲੋਕ ਨਾਚ ਭੰਗੜਾ ਢੋਲ ਦੀ ਸਰਲ ਤਾਲ 'ਤੇ ਨੱਚਿਆ ਜਾਂਦਾ ਹੈ। ਇਹ ਤਾਲ ਕਹਿੰਦੇ ਇਸ ਪ੍ਰਕਾਰ ਹੈ, ਧਿਨ ਧਨਾ ਧਿਨ ਧਿਨ ਧਨਾ ਕਤ। ਸੋ ਕਹਿੰਦੇ ਇਹ ਤਾਲ ਹੈ ਭੰਗੜੇ ਦੀ। ਭੰਗੜਾ ਆਰੰਭ ਹੋਣ ਸਮੇਂ ਇਹ ਤਾਲ ਕਹਿੰਦੇ ਪਹਿਲਾਂ ਧੀਮੀ ਵੱਜਦੀ ਹੈ। ਨਚਾਰ ਭੰਗੜੇ ਦੀ ਤਾਲ ਉੱਤੇ ਪੈਰ ਅਤੇ ਹੋਰਾਂ ਅੰਗਾਂ ਨੂੰ ਹਿਲਾਉਂਦੇ ਹੋਏ ਕਈ ਪ੍ਰਕਾਰ ਦੀਆਂ ਮੁਦਰਾਵਾਂ ਕਰਦੇ ਨੇ। ਭੰਗੜੇ ਦੀ ਟੋਲੀ ਵਿੱਚੋਂ ਹੀ ਨਚਾਰ ਜਾਂ ਢੋਲਕੀ ਜਾਂ ਲਾਕੜੀ ਬੋਲੀ ਚੁੱਕਦਾ ਹੈ ਅਤੇ ਬਾਕੀ ਜਣੇ ਲੋੜ ਦੇ ਅਨੁਸਾਰ ਕੀ ਨੇ ਉਸਦਾ ਸਾਥ ਦਿੰਦੇ ਨੇ। ਕਹਿੰਦੇ ਬੋਲੀ ਦੀ ਅੰਤਿਮ ਤੁਕ ਅਤੇ ਉਚਾਰ ਨਾਲ ਤੇਜ਼ ਹੋ ਜਾਂਦਾ ਹੈ। ਮਤਲਬ ਜਦੋਂ ਬੋਲੀ ਜਿਵੇਂ ਜਿਵੇਂ ਸਿਰੇ ਚੜ੍ਹਦੀ ਹੈ ਤਾਂ ਉਚਾਰ ਤੇਜ਼ ਹੋ ਜਾਂਦਾ ਹੈ। ਅਤੇ ਭੰਗੜੇ ਦੀ ਇਸ ਗਤੀ ਨੂੰ ਤੇਜ਼ ਕਰਨ ਦੇ ਲਈ ਢੋਲੀ ਢੋਲ ਨੂੰ ਤੇਜ਼ੀ ਨਾਲ ਵਜਾਉਂਦਾ ਅਤੇ ਵੱਖ-ਵੱਖ ਮੁਦਰਾਵਾਂ ਅਤੇ ਬੋਲੀਆਂ ਦਾ ਪ੍ਰਗਟਾਵ ਦੇ ਸੰਦਰਭ ਦੇ ਵਿੱਚ ਵੱਖ-ਵੱਖ ਅੰਦਾਜ਼ ਨਾਲ ਬਦਲਦਾ ਹੈ। ਕਹਿੰਦੇ ਵੱਖ-ਵੱਖ ਬੋਲੀਆਂ ਅਤੇ ਮੁਦਰਾਵਾਂ ਦੇ ਪ੍ਰਗਟਾਉਣ ਨਾਲ ਕੀ ਹੈ, ਅੰਦਾਜ਼ ਉਹਨਾਂ ਦਾ ਬਦਲਦਾ ਜਾਂਦਾ ਹੈ ਸਟੈਪ ਬਾਏ ਸਟੈਪ। ਕਹਿੰਦੇ ਭੰਗੜਾ ਹਰ ਖੁਸ਼ੀ ਦੇ ਮੌਕੇ 'ਤੇ ਕਿਸੇ ਵੀ ਥਾਂ 'ਤੇ ਪਾਇਆ ਜਾ ਸਕਦਾ ਹੈ। ਭੰਗੜੇ ਦੇ ਵਿੱਚ ਢੋਲ ਤੋਂ ਇਲਾਵਾ ਚਿਮਟਾ, ਡਾਂਗ, ਕਾਟੋ, ਸੱਪ ਆਦਿ ਵੀ ਵਰਤੋਂ ਕੀਤੇ ਜਾਂਦੇ ਨੇ। ਸਿਆਲਕੋਟੀ ਭੰਗੜੇ ਦੀ ਝਲਕ ਹੱਥਾਂ ਦੇ ਵਿੱਚ ਡਾਂਗਾਂ ਅਤੇ ਸ਼ੀਸ਼ਿਆਂ ਕਰਕੇ ਹੀ ਪ੍ਰਸਿੱਧ ਰਹੀ ਹੈ। ਜਿਹੜਾ ਸਿਆਲਕੋਟ ਦਾ ਭੰਗੜਾ ਕਹਿੰਦੇ ਹੱਥ ਦੇ ਵਿੱਚ ਡਾਂਗ ਅਤੇ ਸ਼ੀਸ਼ੇ ਕਰਕੇ ਪ੍ਰਸਿੱਧ ਰਹੀ ਹੈ। ਅਜਿਹੀਆਂ ਦੋ ਬੋਲੀਆਂ ਦੇਖੋ, ਕਹਿੰਦੇ ਡੱਬੀ ਬੋਤਲਾਂ ਹੱਥ ਵਿੱਚ ਸ਼ੀਸ਼ੇ, ਭੰਗੜਾ ਸਿਆਲਕੋਟ ਦਾ, ਚੰਨ ਓਏ ਤੇਰੀ ਮੈਂ ਲੱਖ ਮੰਨੀਆਂ ਮੇਰੀ ਇੱਕ ਮਨ ਓਏ। ਭੰਗੜੇ ਦੀਆਂ ਕਈ ਮੁਦਰਾਵਾਂ ਨੇ। ਮੁਦਰਾਵਾਂ ਮਤਲਬ ਸਟੈਪਸ। ਨਚਾਰ ਇਸ ਨੂੰ ਕਤਾਰਾਂ ਦੇ ਵਿੱਚ ਆਮੋ ਸਾਹਮਣੇ ਘੇਰੇ ਵਿੱਚ ਅੱਗੜ ਪਿਛੜੇ ਢੋਲੀ ਦੇ ਇਰਦ ਗਿਰਦ ਇੱਕ ਦੂਸਰੇ ਦੇ ਪੱਟਾਂ ਜਾਂ ਮੋਢਿਆਂ 'ਤੇ ਚੜ੍ਹ ਕੇ ਜਾਂ ਕਿਸੇ ਦਿਸ਼ਾ ਵੱਲ ਹੁਲਾਰੇ ਦੇ ਵਿੱਚ ਘੁੰਮਦੇ ਹੋਏ ਨੱਚ ਸਕਦੇ ਨੇ। ਕਹਿੰਦੇ ਮੁੱਖ ਰੂਪ ਦੇ ਵਿੱਚ ਇਹਨਾਂ ਮੁਦਰਾਵਾਂ ਦੀ ਜਿਹੜੀ ਉਤਪੱਤੀ ਅਤੇ ਵਿਕਾਸ ਹੈ ਉਹ ਖੇਤੀਬਾੜੀ ਦੇ ਨਾਲ ਸੰਬੰਧਿਤ ਸੰਦ ਅਤੇ ਧੰਦਿਆਂ ਦੇ ਵਿੱਚੋਂ ਹੋਇਆ ਹੈ। ਜਿਸ ਤਰ੍ਹਾਂ ਇੱਕ ਪ੍ਰਚਲਿਤ ਬੋਲੀ ਹੈ, ਕਹਿੰਦੇ ਸਾਡੇ ਪਿੰਡ ਦੇ ਮੁੰਡੇ ਦੇਖ ਲਓ ਜਿਉਂ ਟਾਲੀ ਦੇ ਪਾਵੇ, ਕੰਨੀਦਾਰ ਇਹ ਬੰਦ ਚਾਦਰੇ ਪਿੰਨੀਆਂ ਨਾਲ ਸੁਹਾਵੇ, ਦੁੱਧ ਕਾਂਸ਼ਨੀ ਬੰਨਦੇ ਸਾਫੇ ਜਿਉਂ ਉੱਡਦਾ ਕਬੂਤਰ ਜਾਵੇ,
ਮਲਮਲ ਦੇ ਤਾਂ ਕੁੜਤੇ ਪਾਉਂਦੇ, ਜੋ ਬਗਲਾ ਤਲਾਬ ਵਿੱਚ ਨਹਾਵੇ, ਭੰਗੜਾ ਪਾਉਂਦਿਆਂ ਦੀ ਸਿਫਤ ਕਹੀ ਨਾ ਜਾਵੇ, ਭੰਗੜਾ ਪਾਉਂਦਿਆਂ ਦੀ। ਸੋ ਕਹਿੰਦੇ ਭੰਗੜੇ ਵਿੱਚ ਜੋ ਨਚਾਰ ਨੇ ਉਹਨਾਂ ਦੀ ਗਿਣਤੀ ਕੋਈ ਨਿਰਧਾਰਿਤ ਨਹੀਂ ਹੁੰਦੀ ਅਤੇ ਨਾ ਹੀ ਵਿਸ਼ੇਸ਼ ਸਾਜ਼ ਦੀ ਕੋਈ ਵਰਤੋਂ ਕੀਤੀ ਹੁੰਦੀ ਹੈ। ਇਸ ਵਿੱਚ ਮੁਦਰਾਵਾਂ ਦੇ ਪ੍ਰਗਟਾਵੇ ਸੰਬੰਧੀ ਵੀ ਕੋਈ ਨਿਯਮਬੱਧ ਸਿਖਲਾਈ ਦੀ ਲੋੜ ਨਹੀਂ ਹੁੰਦੀ। ਇਸ ਤਰ੍ਹਾਂ ਇਹਨਾਂ ਨਚਾਰਾਂ ਦੀ ਪੋਸ਼ਾਕ ਸਰਲ ਸਾਦੀ ਵੀ ਹੁੰਦੀ ਹੈ, ਜਿਸ ਵਿੱਚ ਪੱਗ ਹੁੰਦੀ ਹੈ, ਝੱਗਾ ਅਤੇ ਚਾਦਰਾ। ਕਹਿੰਦੇ ਬੰਨਣ ਫਬਨ ਦੀ ਰੁਚੀ ਦੇ ਕਾਰਨ ਨਚਾਰ ਗਲਾਂ ਦੇ ਵਿੱਚ ਕੀ ਨੇ, ਕੈਂਠੇ ਪਾ ਲੈਂਦੇ ਨੇ, ਬੁਗਤੀਆਂ ਅਤੇ ਕੰਨਾਂ ਦੇ ਵਿੱਚ ਮੁੰਦਰਾਂ ਆਦਿ ਨੂੰ ਬਿਨਾਂ ਕਿਸੇ ਉਚੇਚ ਦੇ ਪਹਿਨ ਲੈਂਦੇ ਨੇ। ਵਰਤਮਾਨ ਸਮੇਂ ਦੇ ਵਿੱਚ ਕਹਿੰਦੇ ਅਸਲ ਦੇ ਵਿੱਚ ਭੰਗੜੇ ਦਾ ਸਰੂਪ ਹੀ ਬਦਲ ਚੁੱਕਾ ਹੈ। ਬੋਲੀਆਂ ਦੇ ਪੱਧਰ, ਮੁਦਰਾਵਾਂ, ਸੰਚਾਰ, ਸਦਰ ਅਤੇ ਸਾਜੋ ਸਮਾਨ ਆਦਿ ਦੇ ਪੱਖ ਤੋਂ ਕਾਫੀ ਤਬਦੀਲੀਆਂ ਆ ਗਈਆਂ ਨੇ। ਇਸ ਵਿੱਚ ਵਿਦੇਸ਼ੀ ਨਾਚਾਂ ਦੀਆਂ ਮੁਦਰਾਵਾਂ ਵੀ ਸ਼ਾਮਿਲ ਹੋ ਰਹੀਆਂ ਨੇ ਅਤੇ ਕੁਝ ਮਿਟ ਰਹੇ ਲੋਕ ਨਾਚਾਂ ਦੀਆਂ ਮੁਦਰਾਵਾਂ ਵੀ ਇਸ ਦੀਆਂ ਚਾਲਾਂ ਜਾਂ ਮੁਦਰਾਵਾਂ ਦਾ ਨਾਮ ਗ੍ਰਹਿਣ ਕਰ ਚੁੱਕੀਆਂ ਨੇ। ਨਿਰਸੰਦੇਹ ਭੰਗੜਾ ਪੰਜਾਬੀਆਂ ਦੇ ਹੌਸਲੇ, ਗੈਰਤ, ਵੀਰਤਾ ਅਤੇ ਇੱਥੋਂ ਦੇ ਖੇਤੀ ਪ੍ਰਧਾਨ ਕਾਰ ਵਿਵਹਾਰ ਦੀ ਮੂੰਹੋਂ ਬੋਲਦੀ ਤਸਵੀਰ ਹੈ। ਸੋ ਇਹ ਸੀ ਭੰਗੜਾ। ਦੂਜਾ ਜੋ ਨਾਚ ਹੈ ਮਰਦਾਂ ਦਾ, ਉਹ ਹੈ ਝੂਮਰ। ਇਹ ਪੱਛਮੀ ਪੰਜਾਬ ਦੇ ਸਾਂਦਰਬਾਰ ਦੇ ਲੋਕਾਂ ਦਾ ਨਾਚ ਹੈ। ਝੂਮ ਝੂਮ ਕੇ ਨੱਚਣ ਦੇ ਕਾਰਨ ਇਸ ਦਾ ਨਾਮ ਝੂਮਰ ਪੈ ਗਿਆ। ਰਾਜਸਥਾਨ ਦੇ ਘੂਮਰ ਵਿਚਲੀਆਂ ਕੁਝ ਵਿਸ਼ੇਸ਼ਤਾਵਾਂ ਵੀ ਇਸ ਵਿੱਚ ਹਨ। ਜੋ ਘੂਮਰ ਹੈ ਉਹ ਰਾਜਸਥਾਨ ਦਾ ਵਿਸ਼ੇਸ਼ ਨਾਚ ਹੈ। ਜੋ ਝੂਮਰ ਹੈ ਉਹ ਸਾਂਦਲਬਾਰ ਦੇ ਲੋਕਾਂ ਦਾ ਨਾਚ ਹੈ। ਕਹਿੰਦੇ ਬਾਹਰ ਦੇ ਲੋਕ ਇੱਧਰਲੇ ਪੰਜਾਬ ਵਿੱਚ ਆ ਕੇ ਵਸਣ ਨਾਲ ਇਹ ਲੋਕ ਨਾਚ ਵੀ ਇੱਧਰ ਆ ਗਿਆ। ਇਸ ਨਾਚ ਨੂੰ ਨੱਚਣ ਵਾਲੇ ਸਮੂਹਿਕ ਰੂਪ ਵਿੱਚ ਕਿਸੇ ਖੁੱਲ੍ਹੀ ਥਾਂ ਘੇਰੇ ਦੇ ਆਕਾਰ ਦੇ ਵਿੱਚ ਆਪਣੇ ਹਰਮਨ ਪਿਆਰੇ ਲੋਕ ਗੀਤ ਢੋਲੇ ਦੇ ਬੋਲਾਂ ਰਾਹੀਂ ਢੋਲ ਦੀ ਤਾਨ ਉੱਤੇ ਵੀ ਨਾਚ ਨੱਚਦੇ ਰਹੇ ਹਨ। ਕਹਿੰਦੇ ਇਹ ਨਾਚ 3 ਤਾਲ, ਮੱਠੀ ਤਾਲ, ਤੇਜ਼ ਤਾਲ ਅਤੇ ਬਹੁਤ ਹੀ ਤੇਜ਼ ਤਾਲ ਦੇ ਉੱਤੇ ਨੱਚਿਆ ਜਾਂਦਾ ਹੈ। ਕਈ ਵਿਦਵਾਨ ਤਾਂ ਇਹਨਾਂ ਤਾਲਾਂ ਨੂੰ ਕਰਮਵਾਰ, ਝੂਮਰ ਦੀ ਤਾਲ, ਚਿੰਨਾ, ਛਿੜਨਾ ਅਤੇ ਧਮਾਲ ਵੀ ਆਖਦੇ ਨੇ। ਅਸਲ ਦੇ ਵਿੱਚ ਇਹ ਨਾਚ ਆਰੰਭ ਦੇ ਵਿੱਚ ਕੀ ਧੀਮੀ ਗਤੀ ਤੋਂ ਸ਼ੁਰੂ ਹੋ ਕੇ ਤੀਜੇ ਪੜਾਅ ਤੱਕ ਤੇਜ਼ ਅਤੇ ਜੋਸ਼ੀਲਾ ਹੋ ਜਾਂਦਾ ਹੈ। ਅੰਤ ਪੜਾਅ ਤੱਕ ਕੇਵਲ ਕੁਝ ਕੁ ਨਚਾਰ ਹੀ ਨੱਚਦੇ ਰਹਿ ਜਾਂਦੇ ਹਨ ਅਤੇ ਬਾਕੀ ਹੱਫ ਕੇ ਖੜੇ ਹੋ ਜਾਂਦੇ ਹਨ। ਲੰਮੇ ਗੀਤ ਜਿਨ੍ਹਾਂ ਵਿੱਚ ਮੱਝਾਂ, ਗਾਵਾਂ, ਬੱਕਰੀਆਂ, ਡਾਚੀ, ਘੋੜੇ, ਤਿੱਤਰ, ਬਟੇਰੇ, ਕਿੱਕਰ ਅਤੇ ਫਲਾਈਆਂ ਦੇ ਜ਼ਿਕਰ ਤੋਂ ਇਲਾਵਾ ਪ੍ਰੇਮੀ ਜਨਾਂ ਦੇ ਮਿਲਣ ਦੀ ਸਿੱਕ, ਅਨਾਜ, ਖਾਸ ਕਰਕੇ ਝੋਨਾ ਝਾੜਨ ਅਤੇ ਛੜਨ ਆਦਿ ਦਾ ਜ਼ਿਕਰ ਅਤੇ ਸੰਬੰਧਿਤ ਮੁਦਰਾਵਾਂ ਹੁੰਦੀਆਂ ਨੇ। ਕਹਿੰਦੇ ਇਸ ਨਾਚ ਦੇ ਸਮੇਂ ਗਾਏ ਜਾਂਦੇ ਹਨ। ਦੇਖੋ ਝੂਮਰ ਦਾ ਇੱਕ ਗੀਤ। ਚੀਨਾ ਇੰਜ ਛੜੀ ਦਾ ਲਾਲ, ਚੀਨਾ ਇੰਜ ਛੜੀ ਦਾ ਹੋ, ਮੋਲਾ ਇੰਜ ਮਰੀ ਦਾ ਲਾਲ, ਮੋਲਾ ਇੰਜ ਮਰੀ ਦਾ ਹੋ, ਚੀਨਾ ਇੰਜ ਛੜੀ ਦਾ ਹੋ। ਸੋ ਕਹਿੰਦੇ ਅਜੋਕੇ ਸਮੇਂ ਦੇ ਵਿੱਚ ਇਸ ਨਾਚ ਦੀਆਂ ਕੁਝ ਮੁਦਰਾਵਾਂ ਭੰਗੜੇ ਵਿੱਚ ਹੀ ਪੇਸ਼ ਕੀਤੀਆਂ ਜਾਣ ਲੱਗੀਆਂ ਨੇ। ਅਗਲਾ ਲੋਕ ਨਾਚ ਹੈ ਲੁੱਡੀ। ਕਹਿੰਦੇ ਲੁੱਡੀ ਲੋਕ ਨਾਚ ਵੀ ਸਾਂਝੇ ਪੰਜਾਬ ਦੇ ਪੱਛਮੀ ਨੀਮ ਪਹਾੜ ਅਤੇ ਕੁਝ ਮੈਦਾਨੀ ਇਲਾਕਿਆਂ ਦੇ ਵਿੱਚ ਹੀ ਪ੍ਰਚਲਿਤ ਰਿਹਾ ਹੈ। ਲਚਕ ਤੇ ਮਸਤੀਪੂਰ ਅਦਾਵਾਂ ਵਾਲਾ ਇਹ ਸਰਲ ਨਾਚ ਸਹਿਜ ਹੋਣ ਕਰਕੇ ਇਸ ਨੂੰ ਇਸਤਰੀ ਨਾਚ ਵੀ ਸਮਝ ਲਿਆ ਜਾਂਦਾ ਹੈ। ਕਹਿੰਦੇ ਮੂਲ ਰੂਪ ਦੇ ਵਿੱਚ ਇਹ ਜਿੱਤ ਅਤੇ ਖੁਸ਼ੀ ਦਾ ਨਾਚ ਹੈ। ਜੋ ਲੁੱਡੀ ਹੈ ਉਹ ਜਿੱਤ ਅਤੇ ਖੁਸ਼ੀ ਦਾ ਨਾਚ ਹੈ, ਇਸ ਲਈ ਵੀ ਢੋਲ ਦੀ ਤਾਲ ਦੀ ਜ਼ਰੂਰਤ ਮੰਨੀ ਜਾਂਦੀ ਹੈ। ਇਸ ਦੀਆਂ ਤਾਲਾਂ ਸਧਾਰਨ ਹੁੰਦੀਆਂ ਨੇ, ਜਿਨ੍ਹਾਂ ਨਾਲ ਨਚਾਰ ਜਿਵੇਂ ਮਰਜ਼ੀ ਨਾਚ ਮੁਦਰਾ ਪ੍ਰਗਟਾ ਸਕਦਾ ਹੈ। ਆਮ ਕਰਕੇ ਇਹ ਨਾਚ ਨੱਚਦੇ ਸਮੇਂ ਪਹਿਲਾਂ ਨਚਾਰ ਛਾਤੀ ਦੇ ਅੱਗੇ ਤਾੜੀ ਮਾਰਦੇ, ਅੱਖਾਂ ਮਟਕਾਉਂਦੇ, ਮੋਢੇ ਹਿਲਾਉਂਦੇ ਅਤੇ ਲੱਕ ਹਿਲਾਉਂਦੇ ਹੋਏ ਘੇਰੇ ਦੇ ਅੰਦਰ ਢੋਲ ਦੀ ਤਾਲ ਦੇ ਨਾਲ ਤੁਰਦੇ ਹਨ। ਫਿਰ ਢੋਲੀ ਦੁਆਰਾ ਢੋਲ ਤੇ ਕੀਤੇ ਸੰਕੇਤ ਅਨੁਸਾਰ ਨਾਚ ਮੁਦਰਾ ਬਦਲ ਕੇ 3 ਤਾੜੀਆਂ ਮਾਰਦੇ ਨੇ। ਇਹ 3 ਤਾੜੀਆਂ ਘੇਰੇ ਦੇ ਅੰਦਰ ਬਾਹਰ ਸਰੀਰ ਦੇ ਉੱਪਰਲੇ ਭਾਗ ਨੂੰ ਝੁਕਾ ਕੇ ਫਿਰ ਛਾਤੀ ਅੱਗੇ ਕਰਕੇ ਤੇ ਤੀਜੀ ਤਾੜੀ ਘੇਰੇ ਦੇ ਬਾਹਰ ਵਾਲੇ ਪਾਸੇ ਵੱਲ ਝੁੱਕ ਕੇ ਮਾਰਦੇ ਨੇ। ਕਹਿੰਦੇ ਢੋਲ ਦੀ ਨੀਵੀਂ ਸੁਰ ਵਾਲੀ ਥਾਪ ਦੇ ਸੰਕੇਤ ਤੇ ਨਵੀਂ ਮੁਦਰਾ ਦਾ ਪ੍ਰਗਟਾਅ ਕਰਨ ਵਾਸਤੇ ਨਚਾਰ ਪਹਿਲਾਂ ਸੱਜੀ ਬਾਂਹ ਤੇ ਸੱਜੀ ਲੱਤ ਚੁੱਕ ਕੇ ਖੱਬੇ ਪੈਰ ਨਾਲ ਉਛਲਦੇ ਹਨ। ਇਸ ਪ੍ਰਕਾਰ ਨੱਚਦੇ ਨਚਾਰਾਂ ਦਾ ਮੋਢਾ, ਪੈਰ ਅਤੇ ਤਾੜੀ ਦੇ ਕਾਰਜ ਵਿੱਚ ਸਮਤਾ ਆ ਜਾਂਦੀ ਹੈ। ਕਹਿੰਦੇ ਇਸ ਲੋਕ ਨਾਚ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਵਿੱਚ ਲੋਕ ਗੀਤ ਨਹੀਂ ਬੋਲੇ ਜਾਂਦੇ, ਪਰ ਮਸਤੀ ਦੇ ਵਿੱਚ ਆਏ ਨਜ਼ਾਰ ਮੂੰਹੋਂ ਕਈ ਪ੍ਰਕਾਰ ਦੀਆਂ ਆਵਾਜ਼ਾਂ ਕੱਢਦੇ ਨੇ, ਜਿਵੇਂ ਸ਼, ਹੀ, ਹੋ, ਓ, ਜਾ, ਐਲੀ, ਹੜਿੱਪਾ, ਹਾਏ ਹੜਿੱਪਾ। ਸੋ ਇਸ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ ਨੇ। ਕਹਿੰਦੇ ਅਜੋਕੇ ਯੁੱਗ ਦੇ ਵਿੱਚ ਇਸ ਨਾਚ ਦੀ ਵੱਖਰੀ ਪਛਾਣ ਭੰਗੜੇ ਦੀ 1-2 ਚਾਲਾਂ ਦੇ ਵਿੱਚ ਹੀ ਸਿਮਟ ਕੇ ਰਹਿ ਗਈ ਹੈ। ਨੈਕਸਟ ਜੋ ਲੋਕ ਨਾਚ ਹੈ ਮਰਦਾਂ ਦਾ ਗਿੱਧਾ, ਜੋ ਕਿ ਮਾਲਵੇ ਦੇ ਵਿੱਚ ਪ੍ਰਚਲਿਤ ਹੈ।
ਇਸ ਨੂੰ ਚੋਬਰਾਂ ਦਾ ਗਿੱਧਾ ਜਾਂ ਮਲਵਈਆਂ ਦਾ ਗਿੱਧਾ ਵੀ ਕਿਹਾ ਜਾਂਦਾ ਹੈ। ਕਹਿੰਦੇ ਮਰਦਾਵੇਂ ਗਿੱਧੇ ਦੇ ਨਚਾਰ ਸਮੂਹ ਰੂਪ ਦੇ ਵਿੱਚ ਬੋਲੀਆਂ ਪਾਉਣ ਤੋਂ ਇਲਾਵਾ ਅਲਗੋਜੇ, ਢੋਲਕ, ਚਿਮਟੇ, ਬੁਗਦੂ, ਸੀਟੀ, ਗੜਵੇ, ਛੈਣੇ, ਬਾਲਟੀ ਇਹ ਸਾਰੇ ਸਾਜ਼ ਵਜਾਉਂਦੇ ਨੇ। ਇਸ ਲੋਕ ਨਾਚ ਵਿੱਚ ਨਾਚ ਵਰਗੀਆਂ ਮੁਦਰਾਵਾਂ ਘੱਟ ਤੇ ਲੰਮੀਆਂ ਬੋਲੀਆਂ ਦੀ ਭਰਮਾਰ ਬਹੁਤ ਹੁੰਦੀ ਹੈ। ਮਤਲਬ ਲੰਮੀਆਂ ਬੋਲੀਆਂ ਬਹੁਤ ਜ਼ਿਆਦਾ ਪਾਈਆਂ ਜਾਂਦੀਆਂ ਨੇ ਇਸ ਨਾਚ 'ਚ। ਬੋਲੀਆਂ ਦੇ ਵਿਸ਼ੇ ਦੁਨੀਆ ਦੀ ਨਾਸ਼ਮਾਨਤਾ, ਰੱਬ ਦੀ ਹੋਂਦ, ਪ੍ਰੇਮ, ਪਿਆਰ, ਇਲਾਕਾਈ ਮਾਣ ਤੋਂ ਛੁੱਟ ਹੋਰ ਸਮਾਜਿਕ ਤੇ ਸੱਭਿਆਚਾਰਕ ਵਰਤਾਰੇ ਨਾਲ ਕਿਵੇਂ ਸੰਬੰਧ ਹੁੰਦੀਆਂ ਹਨ। ਜਿਵੇਂ ਦੇਖੋ ਇੱਕ ਨਮੂਨਾ ਬੋਲੀ ਦਾ, ਕਹਿੰਦੇ ਚੱਲ ਵੇ ਮਨਾ ਬੇਗਾਨੇ ਧਨਾ ਕਾਹਨੂੰ ਪ੍ਰੀਤਾਂ ਜੜੀਆਂ, ਉੜਕ ਇੱਥੋਂ ਚੱਲਣਾ ਇੱਕ ਦਿਨ ਕਬਰ ਉਡੀਕਣ ਖੜੀਆਂ, ਉੱਤੋਂ ਦੀ ਤੇਰੇ ਵਗਨ ਹਨੇਰੀਆਂ ਲੱਗਣ ਸੌਣ ਦੀਆਂ ਝੜੀਆਂ, ਅੱਖੀਆਂ ਮੋੜ ਰਹੀਆਂ ਨਾ ਮੁੜੀਆਂ ਜਾਂ ਲੜੀਆਂ। ਕਹਿੰਦੇ ਬੋਲਣ ਵਾਲਾ ਕੰਨ 'ਤੇ ਖੱਬਾ ਹੱਥ ਰੱਖ ਕੇ ਸੱਜੀ ਬਾਂਹ ਉਤਾਂਹ ਨੂੰ ਉਭਾਰ ਕੇ ਬੋਲੀ ਚੁੱਕਦਾ ਹੈ ਅਤੇ ਬੋਲੀ ਦੇ ਅੰਤਿਮ ਚਰਨ 'ਤੇ ਬਾਕੀ ਸਾਥੀ ਆਪਣੇ ਸਾਜ਼ ਵਜਾਉਂਦੇ ਨੇ। ਸਮੂਹ ਦੇ ਵਿੱਚੋਂ ਕੋਈ ਦੋ ਜਣੇ ਅੱਗੇ ਨਿਕਲ ਕੇ ਪੱਬਾਂ ਭਾਰ ਹੁੰਦੇ ਹੋਏ ਸਰੀਰ ਦੇ ਉੱਪਰਲੇ ਧੜ ਨੂੰ ਹਰਕਤਾਂ ਦੇ ਵਿੱਚ ਲਿਆਉਂਦੇ ਹਨ ਅਤੇ ਇਹ ਨਾਚ ਕਾਫੀ ਹਰਮਨ ਪਿਆਰਾ ਹੋ ਰਿਹਾ ਹੈ। ਧਮਾਲ ਲੋਕ ਨਾਚ ਪ੍ਰਾਚੀਨ ਸਮੇਂ ਦੇ ਸੂਫੀਆਂ ਸੰਤਾਂ ਦੇ ਡੇਰਿਆਂ 'ਤੇ ਨੱਚਿਆ ਜਾਂਦਾ ਰਿਹਾ ਹੈ। ਤੇਜ਼ ਗਤੀ ਦਾ ਇਹ ਨਾਚ ਖਾਸ ਕਿਸਮ ਦੇ ਸਰੀਰਕ ਹਿਲੋਰੇ ਦਾ ਨਾਚ ਸੀ, ਪਰ ਕਹਿੰਦੇ ਹੁਣ ਇਹ ਪ੍ਰਚਲਿਤ ਨਹੀਂ ਰਿਹਾ। ਇਹ ਭੰਗੜੇ ਦੀ ਇੱਕ ਚਾਲ ਤੱਕ ਹੀ ਸੀਮਿਤ ਹੋ ਚੁੱਕਾ। ਕਹਿੰਦੇ ਵੀ ਭੰਗੜਾ ਪਾ ਲੈਂਦੇ ਹਾਂ, ਉਸੇ ਦੀ ਹੀ ਚਾਲ ਦੇ ਵਿੱਚ ਇਹ ਸੀਮਿਤ ਹੋ ਗਿਆ। ਖਲੀ, ਹੈਂਬੜੀ, ਡੰਡਾਸ, ਅਖਾੜਾ, ਗੱਤਕਾ, ਪਠਾਨੀਆਂ, ਫੁੰਮਣੀਆਂ ਜਿਹੇ ਲੋਕ ਨਾਚ ਵੀ ਆਪਣੀ ਹੋਂਦ ਇੱਕ ਦੋ ਮੁਦਰਾਵਾਂ ਤੱਕ ਸੀਮਿਤ ਕਰਕੇ ਲਗਭਗ ਖਤਮ ਹੋ ਗਏ ਹਨ। ਸੋ ਇਸ ਪ੍ਰਕਾਰ ਭਗਤ ਨਾਚ, ਜੰਗਮ ਨਾਚ, ਨਾਮਧਾਰੀ ਨਾਚ, ਮਰਤਕ ਨਾਚ, ਗੁੱਗਾ ਨਾਚ ਵੀ ਲਗਭਗ ਲੁਪਤ ਹੋ ਚੁੱਕੇ ਨੇ। ਇਹ ਸਾਰੇ ਕਹਿੰਦੇ ਨਾਚ ਜਿਹੜੇ ਮਰਦਾਂ ਦੇ ਨਾਲ ਸੰਬੰਧਿਤ ਸੀ, ਪਰ ਉਹਨਾਂ ਦੇ ਵਿੱਚ ਹੁਣ ਤਬਦੀਲੀ ਆ ਚੁੱਕੀ ਹੈ। ਲੋਕ ਨਾਚਾਂ 'ਚ ਤਬਦੀਲੀ ਹੈ। ਕਹਿੰਦੇ ਪੰਜਾਬ ਦੇ ਵਿੱਚ ਲਗਾਤਾਰ ਬਦਲਦੀਆਂ ਸਥਿਤੀਆਂ ਨੇ ਇੱਥੋਂ ਦੇ ਲੋਕ ਨਾਚਾਂ ਦੇ ਵਿੱਚ ਕਾਫੀ ਤਬਦੀਲੀ ਲਿਆਂਦੀ ਹੈ। ਪੰਜਾਬ ਦੇ ਲੋਕ ਨਾਚ ਪੰਜਾਬੀ ਸੱਭਿਆਚਾਰਕ ਦੇ ਕੇਂਦਰ ਪਿੰਡਾਂ, ਪੀੜਾਂ, ਖੇਤਾਂ, ਬੇਲਿਆਂ ਆਦਿ ਤੋਂ ਸਟੇਜ ਅਤੇ ਫਿਲਮਾਂ ਤੋਂ ਟੈਲੀਵਿਜ਼ਨ ਤੱਕ ਦੇ ਸਫ਼ਰ ਤੈਅ ਕਰ ਚੁੱਕੇ ਨੇ। ਇੱਥੇ ਪੁੱਜ ਕੇ ਇਹਨਾਂ ਵਿੱਚ ਕਈ ਪ੍ਰਕਾਰ ਦੀਆਂ ਤਬਦੀਲੀਆਂ ਆ ਚੁੱਕੀਆਂ ਨੇ। ਇਹ ਤਬਦੀਲੀਆਂ ਮਤਲਬ ਮੁਦਰਾਵਾਂ ਦੇ ਸੰਚਾਲਨ, ਮਤਲਬ ਜੋ ਸਟੈਪਸ ਆਪਾਂ ਕਰਦੇ ਹਾਂ ਉਹਨਾਂ ਦੇ ਵਿੱਚ, ਗਤੀ ਦੀ ਤੀਬਰਤਾ ਦੇ ਵਿੱਚ, ਨਵ ਸਿਰਜਕ ਨਿੱਜੀ ਗੀਤ, ਮੁੱਖ ਬੋਲੀਆਂ ਦਾ ਵੀ ਦੇਖੋ ਤਰੀਕਾ ਬਦਲ ਗਿਆ, ਸਟੇਜੀ ਜ਼ਰੂਰਤ, ਪੋਸ਼ਾਕ, ਹਾਰ ਸ਼ਿੰਗਾਰ, ਸਾਜ਼ ਸੰਗੀਤ ਅਤੇ ਵਿਸ਼ੇਸ਼ ਭਾਂਤ ਦੀ ਸਿਖਲਾਈ ਆਦਿ ਕਈ ਪੱਖਾਂ ਤੋਂ ਜ਼ਾਹਰ ਹੁੰਦੀਆਂ ਨੇ। ਕਹਿੰਦੇ ਕੋਈ ਵੀ ਤਬਦੀਲੀ ਆਪਣੇ ਸੱਭਿਆਚਾਰਕ ਇਤਿਹਾਸਿਕ ਚੌਂਕੜੇ ਮੁੱਖ ਰੱਖ ਕੇ ਕਦਰ ਕੀਮਤਾਂ ਦੀ ਪ੍ਰਣਾਲੀ ਨੂੰ ਗ੍ਰਹਿਣ ਕਰਨੀ ਤਾਂ ਠੀਕ ਹੈ, ਪਰ ਇਸ ਮੰਤਵ ਦੇ ਲਈ ਵਿਦੇਸ਼ੀ ਪ੍ਰਭਾਵਾਂ ਤੋਂ ਬਚਣਾ ਵੀ ਜ਼ਰੂਰੀ ਹੈ। ਤਦ ਹੀ ਇਹ ਲੋਕ ਨਾਚ ਪੰਜਾਬੀਆਂ ਦੇ ਸਰਬਪੱਖੀ ਸੱਭਿਆਚਾਰਕ ਵਰਤਾਰੇ ਦਾ ਪ੍ਰਮਾਣਿਕ ਰੂਪ ਉਘਾੜਨ ਦੇ ਵਿੱਚ ਸਮਰੱਥ ਹੋ ਸਕਣਗੇ। ਸੋ ਇਸ ਪ੍ਰਕਾਰ ਇਹ ਸੀਗੇ ਮਰਦਾਂ ਦੇ ਲੋਕ ਨਾਚ, ਜਿਨ੍ਹਾਂ ਦੇ ਵਿੱਚ ਆਪਾਂ ਨੇ ਭੰਗੜਾ, ਸੰਮੀ, ਲੁੱਡੀ, ਧਮਾਲ, ਮਲਵਈ ਗਿੱਧੇ ਦੇ ਬਾਰੇ ਪੜ੍ਹਿਆ ਅਤੇ ਉਸ ਦੇ ਵਿੱਚ ਆਈਆਂ ਤਬਦੀਲੀਆਂ ਦੇ ਬਾਰੇ ਪੜ੍ਹਿਆ। ਹੋਪ ਹੈ ਕਿ ਤੁਹਾਨੂੰ ਸਮਝ ਆ ਗਈ ਹੋਊਗੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ।